जपियो जिन अर्जन देव गुरु, फिर संकट जो न गर्भ न आयो। जपियो जिन अर्जन देव गुरु, फिर संकट जो जी का खालसा श्री वाहिगुरु जी की फतेह। धन धन गुरु नानक देव जी महाराज, धन धन गुरु अर्जन देव जी महाराज जी ਦੀ ਜੀਵਨੀ ਸੂਰਜ ਪ੍ਰਕਾਸ਼ ਵਿੱਚੋਂ ਸਰਵਨ ਕਰ ਰਹੇ ਹਾਂ। ਗੁਰੂ ਅਰਜਨ ਦੇਵ ਜੀ ਪਿਤਾ ਗੁਰੂ ਜੀ ਦਾ ਹੁਕਮ ਸੁਣ ਕੇ ਨਮਸਕਾਰ ਕਰਕੇ ਆਗਿਆ ਦਾ ਪਾਲਣ ਕਰਦਿਆਂ ਤਿਆਰ ਹੋ ਗਏ। ਲਾਹੌਰ ਪਹੁੰਚ ਕੇ ਸ਼ਾਦੀ ਦਾ ਕਾਰਜ ਭੁਗਤਾਇਆ। ਫਿਰ ਚੂਨਾ ਮੰਡੀ ਆ ਗਏ। ਟਿਕਾਣੇ ਦੀ ਦੇਖਭਾਲ ਕੀਤੀ। ਕੀਰਤਨ ਸ਼ੁਰੂ ਹੋ ਗਿਆ। ਸੰਗਤਾਂ ਹੁਮ ਹੁਮਾ ਕੇ ਗੁਰੂ ਸਾਹਿਬਜ਼ਾਦੇ ਦੇ ਦਰਸ਼ਨ ਕਰਨ ਆਉਣ ਲੱਗੀਆਂ। ਕਈ ਮਹੀਨੇ ਗੁਜ਼ਰ ਗਏ। ਸੱਚੇ ਪ੍ਰੇਮੀ ਵਾਸਤੇ ਵਿਛੋੜਾ ਬੜਾ ਹੀ ਦੁਖਦਾਈ ਹੁੰਦਾ ਹੈ। ਫਿਰ ਗੁਰੂ ਪਿਤਾ ਦਾ ਵਿਛੋੜਾ ਸਹਾਰਨਾ ਅਤ ਕਠਨ ਸੀ। ਬੇਨਤੀ ਪੱਤਰ ਲਿਖ ਕੇ ਭੇਜ ਦਿੱਤਾ। ਇਹ ਪੱਤਰਿਕਾ ਸਿੱਖ ਹਲਕਾਰਾ ਲੈ ਕੇ ਰਾਮਦਾਸਪੁਰ ਵਿੱਚ ਪੁੱਜਾ। ਉਸ ਕੋਲੋਂ ਪ੍ਰਿਥਵੀ ਚੰਦ ਨੇ ਲੈ ਲਈ। ਸਿੱਖ ਨੂੰ ਵਾਪਸ ਕਰ ਦਿੱਤਾ। ਚਿੱਠੀ ਗੁਰੂ ਮਹਾਰਾਜ ਜੀ ਨੂੰ ਨਾ ਦਿੱਤੀ। श्री गुरु अर्जन देव जी ने दूजी पत्रिका लिखी। तेरा मुख सुहावा जियो सहज तुन बाणी, चिर हुआ देखे सारंग पानी। तन सो देस जहाँ तू वसिया, मेरे सज्जन मीत मुरारे जियो। हो कोली हो कोल कमाई, गुर सज्जन मीत मुरारे जियो रहाओ। ਇਹ ਪੱਤਰਿਕਾ ਲੈ ਕੇ ਸਿੱਖ ਫਿਰ ਲਾਹੌਰੋਂ ਗੁਰੂ ਕੇ ਚੱਕ ਪੁੱਜਾ। ਪ੍ਰਿਥਵੀ ਚੰਦ ਨੇ ਤਾੜ ਲਿਆ। ਝਟ ਅੱਗੇ ਵੱਧ ਕੇ ਚਿੱਠੀ ਲੈ ਲਈ। ਚਲਾ ਗਿਆ। ਥੋੜੀ ਦੇਰ ਬਾਅਦ ਆ ਕੇ ਕਿਹਾ, ਅਰਜਨ ਨੂੰ ਕਹਿਣਾ ਪਿਤਾ ਜੀ ਕਹਿੰਦੇ ਹਨ ਅਜੇ ਉੱਥੇ ਹੀ ਰਹਿਣਾ, ਆਪੇ ਬੁਲਾ ਲਵਾਂਗੇ। ਸਿੱਖ ਨੇ ਦੱਸਿਆ ਉਸੇ ਤਰ੍ਹਾਂ, ਪਰ ਵਿਛੋੜੇ ਵਿੱਚ ਬਿਹਵਲ ਹੋਏ। ਕਿਵੇਂ ਚੁੱਪ ਰਹਿੰਦੇ। ਤੀਜੀ ਪੱਤਰਿਕਾ ਲਿਖੀ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ। ਮੋਹ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰੂ ਦੁਆਰੇ ਜਿਉ। हो कोली ज्यों कोल कुमाई, तिस साचे गुरु द्वारे जियो रहाओ। श्री गुरु अर्जन देव जी ने नंबर 3 पा के ਇਹ ਪੱਤਰਿਕਾ ਲਿਖੀ। ਲੈ ਜਾਣ ਵਾਲੇ ਸਿੰਘ ਨੂੰ ਪੱਕਿਆਂ ਕੀਤਾ। ਇਹ ਪੱਤਰਿਕਾ ਸ਼੍ਰੀ ਗੁਰੂ ਰਾਮਦਾਸ ਜੀ ਤੋਂ ਬਗੈਰ ਕਿਸੇ ਨੂੰ ਨਹੀਂ ਦੇਣੀ। ਸਿੱਖ ਲੈ ਕੇ ਜਾ ਪੁੱਜਾ। ਕੁਦਰਤੀ ਪ੍ਰਿਥੀ ਚੰਦ ਹੈ ਨਹੀਂ ਸੀ। ਸਿੱਖ ਨੇ ਪੱਤਰਿਕਾ ਗੁਰੂ ਜੀ ਨੂੰ ਜਾ ਦਿੱਤੀ। ਸਤਿਗੁਰਾਂ ਨੇ ਪ੍ਰੇਮ ਤੇ ਬੈਰਾਗ, ਅਸਹਿ ਵਿਛੋੜੇ ਦੀ ਵਿਆਕੁਲਤਾ ਦੇ ਮਿਠਾਸ ਭਰੇ ਅੱਖਰ ਜਦੋਂ ਪੜ੍ਹੇ, ਅੰਗ 3 ਲੱਗਾ ਦੇਖਿਆ ਤਾਂ ਪ੍ਰਿਥੀ ਚੰਦ ਨੂੰ ਬੁਲਾ ਕੇ ਪੁੱਛਿਆ, ਪਹਿਲੀਆਂ 2 ਪੱਤਰਿਕਾਵਾਂ ਕਿੱਥੇ ਹਨ? ਉਹ ਕਹਿੰਦਾ ਮੈਨੂੰ ਕੀ ਪਤਾ। ਅੰਤਰਜਾਮੀ ਗੁਰੂ ਜੀ ਨੇ ਇੱਕ ਸਿੰਘ ਨੂੰ ਉਸਦੇ ਘਰ ਘੱਲ ਕੇ ਪ੍ਰਿਥੀ ਚੰਦ ਦਾ ਚੋਲਾ ਮੰਗਵਾ ਲਿਆ। ਗੁਰੂ ਜੀ ਪੁੱਛਣ ਲੱਗੇ ਇਹ ਜਾਮਾ ਤੇਰਾ ਹੈ? ਪ੍ਰਿਥੀ ਚੰਦ ਜੀ ਕਹਿਣ ਲੱਗਾ ਜੀ ਹਾਂ ਇਹ ਮੇਰਾ ਹੈ। ਪਰ ਇਹ ਤਾਂ ਘਰ ਸੀ। ਗੁਰੂ ਜੀ ਕਹਿੰਦੇ ਹਾਂ ਘਰੋਂ ਮੰਗਵਾਇਆ ਹੈ। ਸਿੱਖ ਨੂੰ ਕਿਹਾ ਜੇਬ ਵਿੱਚੋਂ ਚਿੱਠੀਆਂ ਕੱਢ। ਉਸਨੇ ਕੱਢ ਕੇ ਦੇ ਦਿੱਤੀਆਂ। ਪਾਜ ਖੁੱਲਿਆ ਵੇਖ ਪ੍ਰਿਥਿਆ ਸੜ ਵੱਲ ਗਿਆ।
ਝੂਠ ਦੇ ਪੈਰ ਨਹੀਂ ਹੁੰਦੇ। ਨੀਵੀਂ ਪਾ ਕੇ ਘਰ ਚਲਾ ਗਿਆ। ਘਰ ਵਾਲੀ ਨੂੰ ਜਾ ਤਾੜਿਆ, ਤੂੰ ਜਾਮਾ ਕਿਉਂ ਦਿੱਤਾ ਹੈ? ਅੱਗੋਂ ਕਰਮੋਂ ਕਿਹੜਾ ਘੱਟ ਸੀ? ਮੈਨੂੰ ਤੁਹਾਡੇ ਝੂਠਾਂ ਤੇ ਧੋਖਿਆਂ ਦਾ ਕੀ ਪਤਾ। ਗੁਰੂ ਦੇ ਪੁੱਤ ਝੂਠ ਬੋਲਦੇ ਤੇ ਚੋਰੀ ਕਰਦੇ ਹਨ। ਭਰਾ ਦੀਆਂ ਚਿੱਠੀਆਂ ਦੀ ਮੈਂ ਜਾਣਿਆ ਤੁਸੀਂ ਹੀ ਸਿੱਖ ਘੱਲ ਕੇ ਮੰਗਵਾਇਆ ਹੋਵੇਗਾ। ਖਰੀਆਂ ਸੁਣ ਕੇ ਹੋਰ ਵਧੇਰੇ ਅੱਗ ਲੱਗੀ, ਬਾਹਰ ਤੁਰ ਗਿਆ। ਸਤਿਗੁਰਾਂ ਨੇ ਬਾਬਾ ਬੁੱਢਾ ਜੀ ਨੂੰ ਸਿੱਖ ਦੇ ਨਾਲ ਭੇਜ ਕੇ ਅਰਜਨ ਦੇਵ ਜੀ ਨੂੰ ਲਾਹੌਰ ਤੋਂ ਮੰਗਵਾ ਲਿਆ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਅਤ ਸ਼ਰਧਾ ਤੇ ਨਿਮਰਤਾ ਸਹਿਤ ਪਿਤਾ ਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ। ਦਰਸ਼ਨ ਕਰਕੇ ਮਿਲਾਪ ਦੀ ਪੱਤਰਿਕਾ ਚੌਥੀ ਪੜ੍ਹੀ। ਭਾਗ ਹੁਆ ਗੁਰ ਸੰਤ ਮਿਲਾਇਆ, ਪ੍ਰਭੂ ਅਵਨਾਸੀ ਕਰ ਮੈਂ ਪਾਇਆ। ਸੇਵ ਕਰੀ ਪਲ ਚਸਾ ਨ ਵਿਛੜੇ, ਜਨ ਨਾਨਕ ਦਾਸ ਤੁਹਾਰੇ ਜਿਉ। ਹੋ ਕੋਲੀ ਜਿਉ ਕੋਲ ਗੁਮਾਈ, ਜਨ ਨਾਨਕ ਦਾਸ ਤੁਮਾਰੇ ਜਿਉ ਰਹਾਓ। ਇਹ ਸੁਣ ਕੇ ਗੁਰੂ ਰਾਮਦਾਸ ਜੀ ਬੜੇ ਪ੍ਰਸੰਨ ਹੋਏ। ਪੁੱਤਰ ਨੂੰ ਗਲ ਨਾਲ ਲਾਇਆ, ਪਿਆਰ ਕੀਤਾ ਤੇ ਆਖਿਆ, ਗੁਰਿਆਈ ਗੁਣਾ ਕਰਕੇ ਮਿਲਦੀ ਹੈ। ਜੋ ਤਖਤ ਦੇ ਲਾਇਕ ਹੋਵੇ ਉਹੀ ਤਖਤ ਤੇ ਬਹਿ ਸਕਦਾ ਹੈ। ਇਹ ਪਿੱਛੇ ਦੱਸ ਆਏ ਹਾਂ ਕਿ ਪ੍ਰਿਥੀ ਚੰਦ ਦੀ ਵਿਰੋਧਤਾ ਤੋਂ ਸਤਿਗੁਰੂ ਪਰਿਵਾਰ ਸਮੇਤ ਗੋਇੰਦਵਾਲ ਚਲੇ ਗਏ ਸਨ। ਸੰਤਾਂ ਦੇ ਇਕੱਠ ਵਿੱਚ ਬਾਬਾ ਬੁੱਢਾ ਜੀ ਤੋਂ ਗੁਰਗੱਦੀ ਦਾ ਤਿਲਕ ਦਵਾ ਦਿੱਤਾ। 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਤੇ ਆਪ ਗੁਰੂ ਸਾਹਿਬ ਸੱਚਖੰਡ ਚਲੇ ਗਏ। ਸ਼੍ਰੀ ਗੁਰੂ ਅਰਜਨ ਦੇਵ ਜੀ ਕੁਝ ਸਮਾਂ ਗੋਇੰਦਵਾਲ ਮਾਪਿਆਂ ਕੋਲ ਰਹੇ। ਫਿਰ ਮਾਤਾ ਜੀ ਨੂੰ ਨਾਲ ਲੈ ਕੇ ਰਾਮਦਾਸਪੁਰ ਵਿੱਚ ਆ ਗਏ। ਪ੍ਰਿਥੀ ਚੰਦ ਨੇ ਆਪਣੀ ਈਰਖਾ ਨਾ ਛੱਡੀ। ਮਸੰਦ ਭੇਜ ਕੇ ਸੰਗਤਾਂ ਨੂੰ ਰੋਕ ਲੈਣਾ, ਆਪ ਚੜਾਵੇ ਲੈਣੇ, ਕਹਿਣਾ ਵੱਡਾ ਪੁੱਤਰ ਹੋਣ ਤੇ ਗੁਰੂ ਮੈਂ ਹਾਂ। ਉਸ ਦੇ ਮਨ ਵਿੱਚ ਇਹੀ ਸੀ ਕਿ ਮੈਂ ਵੱਡਾ ਹਾਂ, ਗੁਰਤਾ ਗੱਦੀ ਦਾ ਮਾਲਕ ਮੈਂ ਹੀ ਹਾਂ। ਇਸ ਨੂੰ ਐਵੇਂ ਹੀ ਧੋਖੇ ਨਾਲ ਬਿਠਾ ਦਿੱਤਾ ਹੈ ਤੇ ਉਹ ਮਨ ਵਿੱਚ ਵੈਰ ਵਿਰੋਧ ਇਸੇ ਤਰ੍ਹਾਂ ਹੀ ਰੱਖਦਾ ਰਿਹਾ। ਉਸਨੇ ਗੁਰੂ ਪਿਤਾ ਦੀ ਦਿੱਤੀ ਹੋਈ ਆਗਿਆ ਦਾ ਵੀ ਕੋਈ ਮਾਣ ਨਹੀਂ ਰੱਖਿਆ ਕਿ ਮੇਰੇ ਗੁਰੂ ਪਿਤਾ ਨੇ ਗੁਰੂ ਅਰਜਨ ਦੇਵ ਜੀ ਨੂੰ ਹੀ ਗੁਰਤਾ ਗੱਦੀ ਤੇ ਕਿਉਂ ਬਿਠਾਇਆ ਹੈ, ਕਿਉਂਕਿ ਮੇਰੇ ਵਿੱਚ ਵੀ ਕੁਝ ਕਮੀਆਂ ਸਨ ਤੇ ਗੁਰੂ ਅਰਜਨ ਦੇਵ ਜੀ ਸੱਚਮੁੱਚ ਹੀ ਇਸ ਗੁਰਤਾ ਗੱਦੀ ਦੇ ਲਾਇਕ ਸਨ। ਪਰਮਾਤਮਾ ਨੇ ਉਸਨਾਂ ਦਾ ਜਨਮ ਹੀ ਇਸੇ ਕਰਕੇ ਕੀਤਾ ਸੀ। ਉਸ ਵਿੱਚ ਆਪਣੀ ਜੋਤ ਇਸੇ ਕਰਕੇ ਹੀ ਵਿਰਾਜਮਾਨ ਕੀਤੀ ਸੀ ਕਿਉਂਕਿ ਉਹ ਧੁਰੋਂ ਗੁਰਤਾ ਗੱਦੀ ਦੇ ਮਾਲਕ ਹੋਣ ਦਾ ਹੱਕ ਲਿਖਾ ਕੇ ਆਏ ਸੀ। ਪਰ ਪ੍ਰਿਥਵੀ ਚੰਦ ਆਪਣੀ ਫੋਕੀ ਈਰਖਾ ਆਕੜ ਕਰਕੇ ਹਮੇਸ਼ਾ ਹੀ ਇਹ ਤਰ੍ਹਾਂ ਦਾ ਵਿਵਹਾਰ ਕਰਦਾ ਰਿਹਾ। ਉਸਨੇ ਬਾਬਾ ਬੁੱਢਾ ਜੀ ਨੂੰ ਵੀ ਕਈ ਵਾਰ ਬੋਲ ਕਬੋਲ ਬੋਲੇ, ਪਰ ਬਾਬਾ ਬੁੱਢਾ ਜੀ ਤਾਂ ਬਹੁਤ ਸਮੇਂ ਤੋਂ ਗੁਰਿਆਈ ਪਾਤਸ਼ਾਹੀਆਂ ਦੀ ਸੇਵਾ ਕਰਦੇ ਆ ਰਹੇ ਸਨ। ਉਹਨਾਂ ਨੇ ਕਦੀ ਵੀ ਪ੍ਰਿਥੀ ਚੰਦ ਦੇ ਬੋਲਾਂ ਦਾ ਬੁਰਾ ਨਹੀਂ ਮਨਾਇਆ, ਪਰ ਪ੍ਰਿਥੀ ਚੰਦ ਨੇ ਆਪਣੇ ਬੋਲਾਂ ਆਪਣੇ ਕਰਮਾਂ ਕਰਕੇ ਬਹੁਤ ਹੀ ਮਾੜਾ ਵਿਵਹਾਰ ਕੀਤਾ ਸੀ। ਹਰੇਕ ਨਾਲ ਇਹੀ ਵਿਵਹਾਰ ਕਰਦਾ ਸੀ ਕਿ ਮੈਂ ਵੱਡਾ ਪੁੱਤਰ ਹਾਂ, ਮੈਂ ਹੀ ਗੁਰਤਾ ਗੱਦੀ ਦਾ ਮਾਲਕ ਹਾਂ, ਮੇਰਾ ਹੀ ਸਾਰੇ ਪਾਸੇ ਹੱਕ ਬਣਦਾ ਹੈ। ਅੰਤ ਸਮੇਂ ਵੀ ਉਸ ਨੂੰ ਉਸ ਦੀ ਈਰਖਾ ਨੇ ਹੀ ਡੋਬਿਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ